ਹੈਲੋ ਸਟੂਡੈਂਟਸ, ਅੱਜ ਅਸੀਂ ਪਾਠ 6ਵਾਂ ਸੱਗੀ ਫੁੱਲ ਜਿਹੜਾ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਲਿਖੀ ਹੋਈ ਜਿਹੜੀ ਕਹਾਣੀ ਆ, ਇਸ ਨੂੰ ਅਸੀਂ ਪੜ੍ਹਾਂਗੇ, ਇਹਨੂੰ ਸਮਝਾਂਗੇ। ਸਟਾਰਟ ਕਰਨੇ ਆ। ਕਹਾਣੀਕਾਰ ਨੇ ਇਸ ਸੱਗੀ ਫੁੱਲ ਕਹਾਣੀ ਵਿੱਚ ਈਸਰ ਨਾਂ ਦੇ ਛੋਟੇ ਜਿਹੇ ਕਿਸਾਨ ਅਤੇ ਉਸਦੀ ਘਰਵਾਲੀ ਮੁੰਨੋ ਦੇ ਜੀਵਨ ਬਾਰੇ ਦੱਸਿਆ। ਪਹਿਲਾ ਹੈ ਕਿ ਭੈਣ ਦੇ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ। ਜਦੋਂ ਈਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਗਈ ਤਾਂ ਈਸਰ ਦੀ ਪਤਨੀ ਮੁੰਨੋ ਨੇ ਉਸ ਦਿਨ ਤੋਂ ਹੀ ਰੱਟਾ ਲਾਇਆ ਹੋਇਆ ਸੀ ਕਿ ਉਹਨਾਂ ਨੇ ਗੱਜ ਵੱਜ ਕੇ ਵਿਆਹ ਦੇਖਣ ਜਾਣਾ, ਨਹੀਂ ਤਾਂ ਸ਼ਰੀਕੇ ਵਿੱਚੋਂ ਨੱਕ ਵੱਢੀ ਜਾਏਗੀ। ਜਦ ਕਿ ਈਸਰ ਗਰੀਬੀ ਦੇ ਕਾਰਨ ਸੋਚਦਾ ਸੀ ਕਿ ਡੰਗ ਹੀ ਸਾਰਿਆ ਜਾਵੇ। ਇਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਈਸਰ ਦੇ ਭੈਣ ਦੇ ਮੁੰਡੇ ਦਾ ਵਿਆਹ ਜਿਹੜਾ ਹੋਣਾ ਸੀ, ਅਤੇ ਉਹਦੀ ਭੈਣ ਜਿਹੜੀ ਕਾਰਡ ਦੇ ਕੇ ਗਈ ਸੀ, ਤਾਂ ਉਹ ਕਹਿੰਦੀ ਸੀ ਕਿ ਜੇ ਹੁਣ ਆਓਗੇ ਮੇਰੇ ਇੱਧਰ ਤਾਂ ਗੱਜ ਵੱਜ ਕੇ ਆਇਓ, ਠੀਕ ਹੈ। ਪਰ ਈਸਰ ਸੋਚਦਾ ਸੀ ਡੰਗ ਹੀ ਸਾਰਿਆ ਜਾਏ, ਪਰ ਲੇਕਿਨ ਉਹਦੀ ਘਰ ਵਾਲੀ ਜਿਹੜੀ ਸੋਚਦੀ ਸੀ ਕਿ ਨਹੀਂ, ਸ਼ਰੀਕਾਂ ਵਿੱਚ ਜਾ ਕੇ ਮੈਂ ਆਪਣਾ ਨੱਕ ਨਹੀਂ ਵਢਾਉਣਾ, ਇਸ ਕਰਕੇ ਲਾ ਪਾ ਕੇ ਜਿਹੜਾ ਉਹ ਜਾਣਾ ਹੈ। ਅੱਗੇ ਦੇਖਣੇ ਆ। ਗੁਆਂਢੀਆਂ ਵੱਲੋਂ ਗੱਲਾਂ ਕਰਨੀਆਂ। ਮੁੰਨੋ ਨੇ ਈਸਰ ਨੂੰ ਦੱਸਿਆ ਕਿ ਬਚਨੀ ਦੀ ਬੇਬੇ ਆ ਕੇ ਦੱਸਿਆ ਕਿ ਉਸ ਦੀ ਜਠਾਣੀ ਸਾਰੇ ਪਿੰਡ ਵਿੱਚ ਗੱਲਾਂ ਕਰਦੀ ਫਿਰਦੀ ਹੈ ਵੀ ਅੱਡ ਹੋਣ ਵੇਲੇ ਤਾਂ ਦੋਵੇਂ ਜੀ ਨੱਠੇ ਭੱਜੇ ਫਿਰਦੇ ਸਨ, ਕਿਉਂਕਿ ਜਾਇਦਾਦ ਵੰਡਣੀ ਸੀ। ਪਤਾ ਤਾਂ ਹੁਣ ਲੱਗੇ ਜਦੋਂ ਬਰਾਬਰ ਦਾ ਨਾਨਕੀ ਸੱਕ ਲੈ ਕੇ ਜਾਣਾ ਪਵੇਗਾ। ਵੇਖਾਂਗੇ ਹੁਣ ਕਿਹੜੇ ਗਹਿਣੇ ਲੈ ਕੇ ਜਾਂਦੇ ਹਨ। ਅੱਗੋਂ ਉਸਨੇ ਕਿਹਾ ਕਿ ਉਹ ਸ਼ਰੀਕਾਂ ਵਿੱਚੋਂ ਇਹਨਾਂ ਦਾ ਸਿਰ ਨੀਵਾਂ ਨਾ ਹੋਇਆ ਸੱਗੇ ਰਤੀਆਂ ਲੈ ਕੇ ਜਾਵੇਗੀ, ਚਾਹੇ ਸਭ ਕੁਝ ਕਿਉਂ ਨਾ ਵਿਕ ਜਾਏ। ਕਿਉਂਕਿ ਉਹਦੀ ਜਠਾਣੀ ਜਿਹੜੀ ਸੀ, ਇੱਕ ਤਾਂ ਬਾਰ-ਬਾਰ ਬੜੀਆਂ ਗੱਲਾਂ ਕਰਦੀ ਸੀ, ਇਸ ਕਰਕੇ ਮੁੰਨੋ ਵੀ ਚਾਹੁੰਦੀ ਸੀ ਕਿ ਮੈਂ ਵੀ ਜਿਹੜਾ ਆ ਉਹ ਕੁਛ ਲਾ ਪਾ ਕੇ ਜਿਹੜਾ ਇਸ ਵਾਰੀ ਵਿਆਹ ਦੇ ਵਿੱਚ ਜਿਹੜਾ ਉਹ ਜਾਣਾ ਆ। ਮੁੰਨੋ ਵੱਲੋਂ ਅੜੀ ਕਰਨੀ। ਹੁਣ ਮੁੰਨੋ ਜਿਹੜੀ ਅੜੀ ਕਰਦੀ ਹੈ, ਕੀ ਕਹਿੰਦੀ ਹੈ ਸੁਣੋ। ਈਸਰ ਨੇ ਬਚਨੀ ਦੀ ਬੇਬੇ ਵੱਲੋਂ ਦੱਸੀ ਮੁੰਨੋ ਦੀ ਗੱਲ ਵੱਲ ਕੋਈ ਖਾਸ ਧਿਆਨ ਨਾ ਦਿੱਤਾ। ਸਾਰੇ ਦਿਨ ਦੇ ਥਕੇਵੇਂ ਕਰਕੇ ਉਸ ਦਾ ਸਰੀਰ ਦੁੱਖ ਰਿਹਾ ਸੀ, ਉੱਪਰੋਂ ਚੁਗਲੀਆਂ ਸੁਣ ਕੇ ਉਸ ਦਾ ਮਨ ਖਰਾਬ ਹੋ ਗਿਆ। ਮੁੰਨੋ ਇਸ ਗੱਲ 'ਤੇ ਜਿੱਦ 'ਤੇ ਅੜੀ ਪਈ ਸੀ ਕਿ ਸਾਨੂੰ ਵੀ ਵਿਆਹ ਲਈ ਖਰਚਾ ਕਰਨਾ ਪਊ, ਨਹੀਂ ਤਾਂ ਉਸਦੀ ਜਠਾਣੀ ਨੇ ਉਹਨਾਂ ਨੂੰ ਨਿੰਦਣਾ ਹੀ ਰਹਿਣਾ ਹੈ। ਇੱਥੋਂ ਤੱਕ ਕਿ ਉਸਨੇ ਕਿਹਾ ਕਿ ਈਸਰ ਦੀ ਭੈਣ ਵੀ ਔਖੇ ਜਿਹੇ ਸੁਭਾਅ ਦੀ ਹੈ। ਉਸਨੇ ਆਖਣਾ ਪਹਿਲੇ ਵਿਆਹ ਵਿੱਚ ਤਾਂ 4 ਛਿੱਲੜ ਲਾਉਣ ਮਾਰੇ ਕੇਸ ਵੱਢ ਗਏ, ਬਾਕੀ ਲੈਣ ਦੇਣ ਤਾਂ ਜੱਗ 'ਤੇ ਬਣਿਆ ਹੋਇਆ। ਜਿਨ੍ਹਾਂ ਨੇ ਡੰਗ ਵੀ ਨਹੀਂ ਪੱਕਦੀ, ਇਹੋ ਜਿਹੇ ਮੌਕੇ 'ਤੇ ਉਹ ਵੀ ਭੈਣ ਭਰਾਵਾਂ ਦੇ ਮਗਰੋਂ ਨਹੀਂ ਰਹਿੰਦੇ। ਮੁੰਨੋ ਬੋਲੀ ਜਾ ਰਹੀ ਸੀ, ਈਸਰ ਚੁੱਪ ਕਰਕੇ ਨੀਵੀਂ ਪਾ ਕੇ ਸੁਣ ਰਿਹਾ ਸੀ। ਮੁੰਨੋ ਕਹਿੰਦੀ ਹੈ ਕਿ ਮੈਂ ਹੁਣ ਜਾਣਾ ਅਤੇ ਗੱਜ ਵੱਜ ਕੇ ਜਾਣਾ, ਕਿਉਂਕਿ ਤੇਰੀ ਭੈਣ ਨੇ ਵੀ ਇੰਨੀ ਗੱਲ ਕਹਿ ਦੇਣੀ ਹੈ ਕਿ ਮੈਂ ਪਹਿਲੇ ਮੁੰਡੇ ਦਾ ਵਿਆਹ ਕਰਨ ਲੱਗੀ ਸੀ ਆਪਣੇ, ਅਤੇ ਇਹਨਾਂ ਨੇ 4 ਛਿੱਲੜ ਮਤਲਬ 4 ਪੈਸੇ ਲਾਉਣ ਪਿੱਛੇ ਜਿਹੜਾ ਆ ਕੇਸੀ ਜਿਹੜੀ ਆ ਵੱਢ ਦਿੱਤੀ ਆ, ਤਾਂ ਜੋ ਪਿੱਛੇ ਜਿਹੜੇ ਹਟ ਰਹੇ ਆ। ਮੁੰਨੋ ਦੇ ਘਰ ਦੇ ਹਾਲਾਤ। ਉਸਦੇ ਘਰ ਦੇ ਹਾਲਤ ਕੁਝ ਹੀ ਨਹੀਂ ਸੀ। ਜਦੋਂ ਈਸਰ ਭਰਾ ਤੋਂ ਅੱਡ ਹੋਇਆ ਸੀ ਤਾਂ ਉਸ ਦੇ ਵਿਆਹ ਲਈ ਕਰਜ਼ੇ ਉੱਤੇ ਈਸਰ ਦੀ ਭਰਜਾਈ ਨੇ ਅੰਗੂਠਾ ਲਵਾ ਲਿਆ ਅਤੇ ਫਿਰ ਸਮਾਨ ਚੱਕਣ ਦਿੱਤਾ। ਪੰਜਰ ਜਿਹੀ ਪੈਲੀ ਉਹਨਾਂ ਨੂੰ ਦੇ ਦਿੱਤੀ ਅਤੇ ਕਰਜ਼ਾ ਹੋਰ ਵਧੀ ਜਾ ਰਿਹਾ ਸੀ। ਇਸ ਸਮੇਂ ਹੋਰ ਖਰਚਾ ਕਰਨਾ ਈਸਰ ਦੇ ਵੱਸ ਤੋਂ ਬਾਹਰ ਸੀ। ਮੁੰਨੋ ਵੀ ਉਸਨੂੰ ਦੁਖੀ ਕਰਕੇ ਰਾਜੀ ਨਹੀਂ ਸੀ, ਪਰ ਜਠਾਣੀ ਦੇ ਤਾਹਨੇ ਮਿਹਨਿਆਂ ਦੀ ਨਮੋਸ਼ੀ ਉਸ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ। ਮੁੰਨੋ ਵੱਲੋਂ ਹੋਰ ਵਿਉਂਤਾਂ ਬਣਾਉਣੀਆਂ। ਜਦੋਂ ਉਸ ਦੇ ਸਿਰ 'ਤੇ ਈਸਰ ਨੂੰ ਨਿਮੋਚੋਂ ਜਿਹਾ ਹੋਇਆ ਦੇਖਿਆ ਤਾਂ ਉਸਨੇ ਜੁਗਤ ਲੜਾਈ 'ਤੇ ਕਿਹਾ, ਤੂੰ ਮੁੰਡੇ 'ਤੇ ਕੱਪੜੇ ਲੀੜੇ ਬਣਾ ਲਿਆ, ਹੋਰ ਸਾਰਾ ਮੈਂ ਆਪ ਸਾਰ ਲੂੰ। ਈਸਰ ਉਸ ਦੀ ਇਸ ਗੱਲ 'ਤੇ ਬਹੁਤ ਹੈਰਾਨ ਹੋਇਆ ਅਤੇ ਕਾਫੀ ਸਮਾਂ ਇਸ ਗੱਲ ਬਾਰੇ ਸੋਚਦਾ ਰਿਹਾ। ਉਹ ਇਸ ਕਰਕੇ ਸੋਚ ਰਿਹਾ ਸੀ ਕਿ ਪੈਸੇ ਘਰ ਹੈ ਨਹੀਂ, ਇਹ ਕਿਸ ਤਰੀਕੇ ਨਾਲ ਸਭ ਕੁਝ ਬੰਦੋਬਸਤ ਕਰੇਗੀ। ਇਹ ਗੱਲ ਈਸਰ ਜਿਹੜਾ ਸੀ ਬਾਰ-ਬਾਰ ਸੋਚ ਰਿਹਾ ਸੀ। ਸੱਗੀ ਤੁੜਵਾ ਕੇ ਕਾਂਟੇ ਕਢਾਉਣੇ। ਅਗਲੇ ਦਿਨ ਜਦੋਂ ਈਸਰ ਮੰਡੀਓਂ ਬੀਜ ਲੈਣ ਚੱਲਾ ਸੀ ਤਾਂ ਮੁੰਨੋ ਨੇ ਉਸ ਨੂੰ ਆਪਣੀ ਸੱਗੀ ਬਣਾ ਕੇ ਨਵੇਂ ਫੈਸ਼ਨ ਦੇ ਕਾਂਟੇ ਬਣਾਉਣ ਲਈ ਕਿਹਾ, ਜਿਵੇਂ ਦੇ ਹਰੋ ਨੇ ਬਹੂ ਲਈ ਬਣਾਏ ਸਨ। ਈਸਰ ਨੂੰ ਸੱਗੀ ਫੁੱਲ ਦੇ ਤੁੜਾਉਣ ਦਾ ਫਿਕਰ ਹੋਣ ਲੱਗਾ ਅਤੇ ਉਹ ਮੁੰਨੋ ਵੱਲ ਦੇਖਣ ਲੱਗਾ। ਮੁੰਨੋ ਉਸ ਨੂੰ ਕਹਿੰਦੀ ਕਿ ਝਾਕਦਾ ਕੀ ਹੈ, ਇਸ ਗੱਲ ਦੀ ਕਾਹਦੀ ਨਮੋਸ਼ੀ ਹੈ। ਮੇਰਾ ਸ਼ੇਰ ਪੁੱਤਰ ਜਿਉਂਦਾ ਰਹੇ, ਸਿਆਣਾ ਨਿਕਲਿਆ ਤਾਂ ਹੋਰ ਸੱਗੀਆਂ ਬਣਵਾ ਲਵਾਂਗੀ। ਈਸਰ ਇਹ ਸੁਣ ਕੇ ਸੁੰਨ ਜਿਹਾ ਹੋ ਗਿਆ, ਜਿਵੇਂ ਉਸ ਦਾ ਸਾਹ ਘੁੱਟ ਰਿਹਾ ਹੋਵੇ। ਪਰ ਮੁੰਨੋ ਉਸ ਨੂੰ ਬਾਹੋਂ ਫੜ ਕੇ ਬਾਹਰ ਲੈ ਜਾਂਦਾ, ਉਹ ਨਾ ਚਾਹੁੰਦਿਆਂ ਹੋਏ ਵੀ ਮੰਡੀ
ਚਲਾ ਗਿਆ। ਮੁੰਨੋ ਵੱਲੋਂ ਵਿਆਹ 'ਤੇ ਬਣ ਠਣ ਕੇ ਜਾਣਾ। ਮੁੰਨੋ ਨਾਨਕੇ ਮੇਲ ਵਿੱਚ ਸਭ ਤੋਂ ਛੋਟੀ ਸੀ ਅਤੇ ਨਵੇਂ ਫੈਸ਼ਨ ਦੇ ਕਾਂਟਿਆਂ ਅਤੇ ਸੁੱਚੇ ਤਿਉਰਾਂ ਨਾਲ ਉਸਦੇ ਪੈਰ ਜ਼ਮੀਨ 'ਤੇ ਨਹੀਂ ਸੀ ਲੱਗਦੇ। ਉਸਦੀ ਸੁੰਦਰਤਾ ਦਾ ਚਰਚਾ ਸ਼ਰੀਕਾਂ ਕਰ ਰਹੀਆਂ ਸਨ, ਪਰ ਜਠਾਣੀ ਉਸ ਵੱਲ ਤੱਕ ਵੀ ਨਹੀਂ ਸੀ। ਯਾਨੀ ਹੁਣ ਆਪਣੀ ਅੜੀ ਕਰਕੇ ਉਹ ਆਪਣੀ ਸੱਗੀ ਫੁੱਲ ਤੜਵਾ ਕੇ ਨਵੇਂ ਫੈਸ਼ਨ ਦੇ ਕਾਂਟੇ ਬਣਾ ਕੇ ਜਿਹੜਾ ਉਹ ਮਤਲਬ ਕਿ ਵਿਆਹ ਚਲੀ ਗਈ। ਉੱਥੇ ਜਾ ਕੇ ਸਾਰੀਆਂ ਜਿਹੜੀਆਂ ਮੇਲਣਾਂ ਸੀ ਇਹਦੀਆਂ ਕਾਫੀ ਤਾਰੀਫ ਕਰ ਰਹੀਆਂ ਸੀ, ਠੀਕ ਹੈ, ਪਰ ਜਠਾਣੀ ਜਿਹੜੀ ਸੀ ਤੇ ਵੱਲ ਦੇਖ ਨਹੀਂ ਸੀ ਰਹੀ। ਨਾਨਕਾ ਮੇਲ ਵੱਲੋਂ ਗਿੱਧਾ ਪਾਉਣਾ। ਜਿਵੇਂ ਹੀ ਨਾਨਕਾ ਮੇਲ ਨੇ ਗਿੱਧਾ ਪਾਉਣਾ ਸ਼ੁਰੂ ਕੀਤਾ ਤਾਂ ਮੁੰਨੋ ਦੀ ਅੱਡੀ ਗਿੱਧੇ ਦੀ ਤਾਲ ਨਾਲ ਵੱਜਣ ਲੱਗ ਪਈ। ਜਦੋਂ ਉਸਨੇ ਸਿਰਕੇ ਦੀਆਂ ਕੰਨੀਆਂ ਫੜ ਕੇ ਉਸ 'ਤੇ ਗੇੜਾ ਦਿੱਤਾ ਤਾਂ ਉਸਦਾ ਲੱਕ ਸੱਪਣੀ ਵਾਂਗ ਸੱਤ ਵੱਲ ਖਾ ਗਿਆ। ਗਿੱਧਾ ਪਾਉਂਦੀਆਂ ਮੇਲਣਾਂ ਥੱਕ ਗਈਆਂ, ਪਰ ਮੁੰਨੋ ਨਹੀਂ ਸੀ ਥੱਕੀ, ਸਗੋਂ ਉਸਨੂੰ ਹੋਰ ਖੁਮਾਰੀ ਚੜ੍ਹ ਰਹੀ ਸੀ। ਤੋ ਇਸੇ ਇੱਕ ਓਵਰ ਕੌਨਫੀਡੈਂਸ ਕਹਿ ਲਓ ਜਾਂ ਕੁਛ ਕਹਿ ਲਓ, ਉਹਦੇ ਵਿੱਚ ਉਹ ਜਿਹੜੇ ਸੀ ਗਿੱਧੇ ਵਿੱਚ ਨੱਚਦੀ ਜਾ ਰਹੀ ਸੀ। ਬਾਕੀ ਮੇਲਣਾਂ ਨੱਚ ਕੇ ਥੱਕ ਗਈਆਂ ਸੀ, ਬਟ ਇਹ ਜਿਹੜੀ ਸੀ ਥੱਕਣ ਵਿੱਚ ਨਹੀਂ ਸੀ ਆ ਰਹੀ। ਪਿੰਡ ਦੇ ਗੱਭਰੂਆਂ ਵੱਲੋਂ ਮਸ਼ਕਰੀਆਂ ਕਰਨੀਆਂ। ਮੁੰਨੋ ਨੂੰ ਗਿੱਧਾ ਪਾਉਂਦੇ ਵੇਖ ਕੇ ਪਿੰਡ ਦੇ ਛੜੇ ਗੱਭਰੂਆਂ ਨੇ ਮਿਲ ਕੇ ਮਸ਼ਕਰੀਆਂ ਸ਼ੁਰੂ ਕਰ ਦਿੱਤੀਆਂ। ਕਿਵੇਂ ਇਸ ਦੀਆਂ ਅੱਖਾਂ ਨਗਾਂ ਵਾਂਗ ਚਮਕਦੀਆਂ ਨੇ। ਦੂਜੇ ਨੇ ਨਾਲ ਹੀ ਜਵਾਬ ਦਿੱਤਾ, ਇਸ ਨੇ ਸੱਗੀ ਪਾਈ ਹੁੰਦੀ ਤਾਂ ਇਸ ਨੇ ਤਾਂ ਛੜਿਆਂ ਨੂੰ ਮਾਰ ਹੀ ਦੇਣਾ ਸੀ। ਇਕੱਲੇ ਫੁੱਲ ਤਾਂ ਸਿਰਫ ਵੱਛੇ ਦੇ ਸਿੰਘਾਂ ਵਰਗੇ ਲੱਗਦੇ ਨੇ। ਉਹ ਮੁੰਨੋ ਦੇ ਸੌਣ ਪਾਉਂਦੀਆਂ ਤਾਰੀਫਾਂ ਇੰਝ ਕਰ ਰਹੇ ਸਨ ਜਿਵੇਂ ਇੰਦਰ ਦੇ ਅਖਾੜੇ ਦੀ ਪਰੀ ਹੋਵੇ। ਯਾਨੀ ਇਸ ਤਰੀਕੇ ਦੇ ਜਦੋਂ ਗੱਲਾਂ ਹੋਣ ਲੱਗੀਆਂ ਤਾਂ ਮੁੰਨੋ ਦਾ ਜਿਹੜਾ ਕੌਨਫੀਡੈਂਸ ਸੀ ਉਹ ਫੇਰ ਡਿੱਗ ਗਿਆ। ਮੁੰਨੋ ਦਾ ਮਨ ਉੱਧਰ ਜਾਂਦਾ, ਗਿੱਧਾ ਮੱਠਾ ਪੈ ਗਿਆ। ਸੱਗੀ ਫੁੱਲ ਦੀ ਕਮੀ ਸੁਣ ਕੇ ਉਸ ਦਾ ਮਨ ਉੱਧਰ ਹੋ ਗਿਆ ਅਤੇ ਉਸ ਦਾ ਗਿੱਧਾ ਮੱਠਾ ਪੈ ਗਿਆ। ਉਸ ਦਾ ਚਿਹਰਾ ਪੀਲਾ ਪੈ ਗਿਆ, ਸਰੀਰ ਦੇ ਅੰਗ ਧੜਕਣ ਦੀ ਥਾਂ ਢਿੱਲੇ ਪੈ ਗਏ। ਉਸ ਦੇ ਥੜਕਦੇ ਪੈਰਾਂ ਦੀ ਤਾਲ ਉਖੜ ਗਈ। ਗਿੱਧਾ ਬੰਦ ਹੋਣ 'ਤੇ ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਛੱਡ ਕੇ ਬਹਿ ਗਈ ਅਤੇ ਮੇਲਣਾਂ ਦੇ ਪੁੱਛਣ 'ਤੇ ਉਸਨੇ ਕਿਹਾ ਕਿ ਪੈਰ ਨੂੰ ਮੋਚ ਆ ਗਈ ਹੈ। ਪਰ ਸਿਆਣੀਆਂ ਮੇਲਣਾਂ ਸਮਝ ਗਈਆਂ ਕਿ ਸੱਗੀ ਫੁੱਲ ਤੋਂ ਬਿਨਾਂ ਉਸ ਦਾ ਮਨ ਟੁੱਟ ਗਿਆ ਅਤੇ ਗੱਭਰੂ ਫਿਰ ਵੀ ਮਖੌਲ ਕਰਦੇ ਉੱਥੋਂ ਚਲੇ ਗਏ। ਯਾਨੀ ਇਸ ਤਰੀਕੇ ਨਾਲ ਇਸ ਕਹਾਣੀ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਅਸੀਂ ਜੋ ਹੈ ਸਾਨੂੰ ਉਸ ਤਰੀਕੇ ਨਾਲ ਹੀ ਰਹਿਣਾ ਚਾਹੀਦਾ। ਦੂਸਰਿਆਂ ਵੱਲ ਦੇਖ ਕੇ ਜਾਂ ਦੂਸਰਿਆਂ ਦੇ ਕਹਿਣ 'ਤੇ ਕੁਝ ਵੀ ਜਿਹੜਾ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ, ਬਾਅਦ ਵਿੱਚ ਸਾਨੂੰ ਪਛਤਾਉਣਾ ਪਏ। ਉਹ ਮੁੰਨੋ ਨੇ ਵੀ ਨਵੇਂ ਫੈਸ਼ਨ ਦੇ ਕਾਂਟੇ 'ਤੇ ਬਣਾ ਲਏ ਸੀ, ਪਰ ਲੇਕਿਨ ਇੱਕ ਸੱਗੀ ਫੁੱਲ ਨਾਲ ਜੋ ਉਹਦੀ ਸੁੰਦਰਤਾ ਹੋਰ ਵਧੀਆ ਲੱਗਦੀ ਸੀ ਉਹ ਹੁਣ ਫਿੱਕੀ ਪੈਂਦੀ ਜਾ ਰਹੀ ਸੀ। ਉਹਨੂੰ ਵੀ ਅਹਿਸਾਸ ਹੋ ਚੁੱਕਾ ਸੀ ਇੱਥੇ। ਤਾਂ ਬੇਟਾ ਇਹ ਸੀ ਕਹਾਣੀ। ਹੁਣ ਸਾਡੇ 10 ਕਹਾਣੀਆਂ ਜਿਹੜੀਆਂ ਉਹ ਕੰਪਲੀਟ ਹੋ ਗਈਆਂ ਨੇ, 10 ਕਵਿਤਾ ਵੀ ਕੰਪਲੀਟ ਹੋ ਗਈਆਂ ਨੇ। ਪਹਿਲੀਆਂ 3 ਇਕਾਂਗੀਆਂ ਵੀ ਕੰਪਲੀਟ ਕਰ ਲਈਆਂ ਨੇ। ਅਸੀਂ ਹੁਣ ਜਿਹੜੀ ਚੌਥੀ ਇਕਾਂਗੀ ਹੈ ਪਰਤਾਂ ਤੱਕ, ਉਹਨੂੰ ਅਸੀਂ ਕਰਾਂਗੇ, ਉਹਨੂੰ ਸਮਝਾਂਗੇ, ਫਿਰ ਉਹਦੀ ਵੀਡੀਓ ਅਪਲੋਡ ਕਰਾਂਗੇ। ਥੈਂਕ ਯੂ।